बहुत जन्म बिछरे थे मादो, एह जन्म तुम्हारे लिखे। कह रविदास आस लग जीवा, चिर पयो दर्शन देखे। मेरी हर हो विपत, जन कर हो सुभाई। चरण ना छाड़ो शरीर कल जाई। कहो रविदास परो तेरी सांबा, बेग मिलो जन करना बिलांबा। बेग मिलो जन करना बिलांबा। सतनाम। गुर की मूरत मन विखे, तरो सो हरदम ध्यान। नाम दान इशनान कर, दवारे पावे मान। गुर की मूरत मन विखे, तरो सो हरदम ध्यान। नाम दान इशनान कर, दवारे पावे मान। मंत्र जप गुर हृदय में, मिले सो निश्चल ज्ञान। भूख प्यास ना उतरे, नाम बिना भगवान। सतगुर सो नहीं पावई, जो दिल माहे स्वान।
ਮਨ ਸੱਚਾ ਕਿਤ ਬਿਦ ਭਇਓ। ਕਰ ਹੈ ਕਿਆ ਬਿਆਨ, ਝੂਠਾ ਪਾਲਣ ਪਾਲਤੇ। ਕਹੋ ਕੈਸੇ ਕਲਿਆਣ, ਆਗਿਆ ਗੁਰ ਕੀ ਚਿਤ ਧਰ। ਕਹੇ ਰਵਿਦਾਸ ਬਖਾਨ, ਝੂਠਾ ਪਾਲਣ ਪਾਲਤੇ। ਕਹੋ ਕੈਸੇ ਕਲਿਆਣ, ਆਗਿਆ ਗੁਰ ਕੀ ਚਿਤ ਧਰ। ਕਹੇ ਰਵਿਦਾਸ ਬਖਾਨ। ਸਤਨਾਮ ਜੀ। ਗੁਰ ਕੀ ਮੂਰਤ ਮਨ ਵਿਖੇ, ਧਰੋ ਸੋ ਹਰ ਦਮ ਧਿਆਨ। ਨਾਮ ਦਾਨ ਇਸ਼ਨਾਨ ਕਰ, ਦਵਾਰੇ ਪਾਵੇ ਮਾਨ। ਮੰਤਰ ਜਪ ਗੁਰ ਹਿਰਦੇ ਮੇਂ, ਮਿਲੇ ਸੋ ਨਿਸ਼ਚਲ ਗਿਆਨ। ਭੂਖ ਪਿਆਸ ਨਾ ਉਤਰੇ, ਨਾਮ ਬਿਨਾ ਭਗਵਾਨ। ਸਤਿਗੁਰ ਸੋ ਨਹੀਂ ਪਾਵਈ, ਜੋ ਦਿਲ ਮਾਹੇ ਸੁਆਨ। ਮਨ ਸੱਚਾ ਕਿਤ ਬਿਦ ਭਇਓ, ਕਰ ਹੈ ਕਿਆ ਬਿਆਨ। ਝੂਠਾ ਪਾਲਣ ਪਾਲਤੇ, ਕਹੋ ਕੈਸੇ ਕਲਿਆਣ। ਆਗਿਆ ਗੁਰ ਕੀ ਚਿਤ ਧਰ। ਕਹੇ ਰਵਿਦਾਸ ਬਖਾਨ। ਆਗਿਆ ਗੁਰ ਕੀ ਚਿਤ ਧਰ। ਕਹੇ ਰਵਿਦਾਸ ਬਖਾਨ। ਜਪੋ ਜੀ ਸਤਿਨਾਮ ਸਤਿਨਾਮ, ਤੇਰਾ ਨਾਮ ਸਦਾ ਸਤਿਨਾਮ। ਪਰਮ ਸਤਿਕਾਰਯੋਗ
ਧੰਨ ਧੰਨ ਸੱਚੇ ਪਾਤਸ਼ਾਹ। ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ 2 ਨੰਬਰ ਪਦਾ, ਜੋ ਕਿ 91 ਨੰਬਰ ਅੰਕ ਤੇ ਸੁਸ਼ੋਭਿਤ ਹੈ। ਇਹ ਪਾਵਨ ਸ਼ਬਦ ਸਾਨੂੰ ਅੱਜ ਦੇ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਹੋਇਆ ਹੈ। ਤੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਤਿਗੁਰਾਂ ਦੇ ਬਖਸ਼ਿਸ਼ ਦੇ ਨਾਲ ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸਾਂਝਾ ਕਰਨ ਦਾ ਯਤਨ ਕਰੀਏ। ਪਾਵਨ ਔਰ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਪਹਿਲੇ 90 ਅੰਕ ਤੱਕ 140 ਸ਼ਬਦ ਸੰਪੂਰਨ ਹੁੰਦੇ ਨੇ। 91 ਨੰਬਰ ਅੰਕ ਤੋਂ ਫਿਰ 40 ਪਦਿਆਂ ਦੀ ਸ਼ੁਰੂਆਤ ਹੁੰਦੀ ਹੈ, ਜਿਨ੍ਹਾਂ ਦੇ ਵਿੱਚੋਂ 2 ਨੰਬਰ ਪਦਾ, ਜੋ ਕਿ ਅੱਜ ਦੇ ਹੁਕਮਨਾਮੇ ਦੇ ਰੂਪ 'ਚ ਸਾਨੂੰ ਬਖਸ਼ਿਸ਼ ਹੋਇਆ, ਉਸ ਦੀ ਵਿਚਾਰ ਹੁਣ ਆਪਾਂ ਸਾਂਝੀ ਕਰਾਂਗੇ। ਗੁਰ ਕੀ ਮੂਰਤ ਮਨ ਵਿਖੇ, ਧਰੋ ਸੋ ਹਰਦਮ ਧਿਆਨ, ਨਾਮ ਦਾਨ ਇਸ਼ਨਾਨ ਕਰ, ਦਵਾਰੇ ਪਾਵੇ ਮਾਨ। ਧੰਨ ਗੁਰੂ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਿ ਹਰ ਵੇਲੇ ਸਾਡੇ ਮਨ ਵਿੱਚ ਗੁਰੂ ਦੀ ਜੋ ਮੂਰਤ ਹੈ, ਇਹ ਵਸੀ ਰਹਿਣੀ ਚਾਹੀਦੀ ਹੈ। ਤੇ ਹਰ ਵੇਲੇ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡਾ ਜਿਹੜਾ ਧਿਆਨ ਆ, ਇਹ ਗੁਰੂ ਦੀ ਮੂਰਤ ਤੇ ਟਿਕਿਆ ਰਹਿਣਾ ਚਾਹੀਦਾ ਹੈ। ਅੱਛਾ, ਗੁਰਬਾਣੀ ਦੇ ਵਿੱਚ ਮਹਾਰਾਜ ਜੀ ਦੇ ਕੁਝ ਬੋਲ ਐਸੇ ਆ ਬਈ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਹੁਣ ਰੱਬ ਦਾ ਨਾਮ ਜਪਣ ਦੇ ਨਾਲ ਹੀ ਰੱਬ ਮਿਲਦਾ ਆ, ਇਹ ਗੱਲ ਸਾਨੂੰ ਗੁਰੂ ਮਹਾਰਾਜ ਜੀ ਨੇ ਸਮਝਾਈ। ਤੇ ਦੂਜੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਰੱਬ ਰੱਬ ਸਾਰੀ ਦੁਨੀਆ ਕਰਦੀ ਫਿਰਦੀ, ਲੇਕਿਨ ਰੱਬ ਤੱਕ ਨਹੀਂ ਪਹੁੰਚ ਪਾ ਰਹੇ। ਇੱਥੇ ਅੰਤਰ ਕੀ ਹੈ? ਇੱਕ ਮਾਲਕ ਦਾ ਨਾਮ ਜਪਣਾ, ਜਿਹਦੇ ਵਿੱਚ ਸਾਡਾ ਮਨ, ਸਾਡਾ ਧਿਆਨ ਹਾਜ਼ਰ ਹੈ। ਇੱਕ ਨਾਮ ਜਪਣਾ ਐਸਾ ਆ
ਵੀ ਜਿਹਨੂੰ ਕਹਿੰਦੇ ਨਾ ਵੀ ਮੁਖ ਤੇ ਰੱਬ ਦਾ ਨਾਮ ਹੈ ਤੇ ਮਨ ਔਰ ਧਿਆਨ ਕਿਤੇ ਹੋਰ ਹੈ। ਐਸਾ ਨਾਮ ਜਪਿਆ ਉਹ ਕਹਿ ਸਕਦੇ ਹਾਂ ਕਿ ਪ੍ਰਵਾਨ ਨਹੀਂ, ਜਾਂ ਉੱਥੇ ਤੱਕ ਨਹੀਂ ਪਹੁੰਚਦਾ ਜਿਸ ਨਾਮ ਦੇ ਨਾਲ ਸਾਡਾ ਮਨ ਨਹੀਂ ਜੁੜਿਆ, ਧਿਆਨ ਨਹੀਂ ਜੁੜਿਆ। ਔਰ ਇਸੇ ਕਰਕੇ ਅੱਜ ਦੇ ਸ਼ਬਦ ਦੀ ਪਹਿਲੀ ਪੰਕਤੀ, ਗੁਰ ਕੀ ਮੂਰਤ ਮਨ ਵਿਖੇ ਧਰੋ ਸੋ ਹਰ ਦਮ ਧਿਆਨ। ਗੁਰੂ ਦੀ ਮੂਰਤ ਨੂੰ ਮਨ ਵਿੱਚ ਵਸਾ ਕੇ ਹਰ ਵੇਲੇ ਉਹਦਾ ਧਿਆਨ ਧਰਨਾ। ਅੱਛਾ, ਜਦ ਹਰ ਵੇਲੇ ਗੁਰੂ ਦੀ ਮੂਰਤ ਸਾਡੇ ਮਨ ਵਿੱਚ ਵਸੀ ਹੈ ਤੇ ਹਰ ਵੇਲੇ ਸਾਡਾ ਧਿਆਨ ਗੁਰੂ ਦੀ ਮੂਰਤ ਵੱਲ ਆ ਨਾ, ਸੱਚ ਜਾਣਨਾ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਦੂਰ ਨਹੀਂ ਹੈ ਤੇ ਰੱਬ ਦੂਰ ਨਹੀਂ ਹੈ। ਕਿਉਂਕਿ ਕੋਈ ਗੁਨਾਹ ਨਹੀਂ ਹੋਏਗਾ, ਕੋਈ ਮਾੜਾ ਕਰਮ ਨਹੀਂ ਹੋਏਗਾ। ਹੁਣ ਜਦ ਹਰ ਵੇਲੇ ਧਿਆਨ ਗੁਰੂ ਦੇ ਨਾਲ ਜੁੜਿਆ ਆ ਤੇ ਭਲਾ ਦੱਸੋ ਕੋਈ ਬੰਦਾ ਮਾੜਾ ਕਰਮ ਕਰ ਜਾਏਗਾ? ਕੋਈ ਇਨਸਾਨ ਗੁਨਾਹ ਕਰ ਜਾਏਗਾ? ਕੋਈ ਪਾਪ ਕਮਾ ਜਾਏਗਾ? ਜਦ ਧਿਆਨ ਹਰ ਵੇਲੇ ਗੁਰੂ ਦੇ ਚਰਨਾਂ ਵਿੱਚ ਹੈ, ਔਰ ਜਦ ਗੁਰੂ ਦੇ ਵੱਲ ਧਿਆਨ ਲੱਗਿਆ ਹੋਇਆ ਆ ਤੇ ਫਿਰ ਇਨਸਾਨ ਦੇ ਕਰਮ ਕਿਹੋ ਜਿਹੇ ਹੋਣਗੇ? ਫਿਰ ਉਹ ਸਭਨਾਂ ਦਾ ਭਲਾ ਕਰੇਗਾ, ਫਿਰ ਉਹ ਸਭਨਾਂ ਦੀ ਖੈਰ ਮੰਗੇਗਾ, ਫਿਰ ਉਹ ਦੀਨ ਦੁਖੀਆਂ ਦੀ ਸੇਵਾ ਦੇ ਵਿੱਚ ਲੱਗੇਗਾ, ਫਿਰ ਉਹ ਲੋੜਵੰਦਾਂ ਦੇ ਕੰਮ ਆਏਗਾ, ਫਿਰ ਉਹ ਚੰਗੇ ਵਿਚਾਰਾਂ ਦੀ ਸਾਂਝ ਪਾਏਗਾ, ਫਿਰ ਉਹ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਦੂਸਰਿਆਂ ਤੱਕ ਪਹੁੰਚਾਏਗਾ, ਫਿਰ ਉਸ ਅਕਾਲ ਪੁਰਖ ਦਾ ਬਣ ਕੇ ਰਹੇਗਾ ਜਿੰਨੀ ਦੇਰ ਧਿਆਨ ਗੁਰੂ ਦੇ ਚਰਨਾਂ ਵਿੱਚ ਹੈ। ਜਦ ਧਿਆਨ ਗੁਰੂ ਦੇ ਚਰਨਾਂ ਵਿੱਚ ਨਹੀਂ, ਜੀਭਾਂ ਤੇ ਭਾਵੇਂ ਰੱਬ ਦਾ ਨਾਮ ਚੱਲਦਾ, ਮਨ ਕਿਧਰੇ ਹੋਰ ਹੈ, ਧਿਆਨ ਕਿਧਰੇ ਹੋਰ ਹੈ, ਤੇ ਕਿੱਦਾਂ ਗੱਲ ਬਣ ਜਾਏਗੀ? ਇਹੀ ਕਾਰਨ ਹੈ ਕਿ ਅਸੀਂ ਬਹੁਤੇ ਧਰਮ ਕਰਮ ਕਰਦੇ ਹੋਏ ਵੀ ਧਾਰਮਿਕ ਨਹੀਂ ਬਣ ਪਾਏ। ਅਨੇਕਾਂ ਤਰ੍ਹਾਂ ਦੇ ਧਰਮ ਕਰਮ ਕਰਦੇ ਹੋਣ ਦੇ ਬਾਵਜੂਦ ਵੀ ਅਸੀਂ ਧਰਮੀ ਨਹੀਂ ਅੱਜ ਤੱਕ ਬਣ ਪਾਏ। ਭਾਰਤ ਦੇਸ਼ ਦੇ ਵਿੱਚ ਧਰਮਾਂ ਦਾ ਜਿਤਨਾ ਰੌਲਾ ਆ, ਜਿਤਨਾ ਬੋਲਬਾਲਾ ਆ, ਜਿਤਨਾ ਪ੍ਰਚਾਰ ਆ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਦੇਸ਼ ਵਿੱਚ ਵੀ ਇਤਨਾ ਹੋਏਗਾ। ਲੇਕਿਨ ਧਰਮਾਂ ਦੇ ਨਾਮ ਤੇ ਵੰਡੀਆਂ ਵੀ ਸਭ ਤੋਂ ਜ਼ਿਆਦਾ ਇੱਥੇ ਹੀ ਹੈ। ਧਰਮਾਂ ਦੇ ਨਾਮ ਤੇ ਦੰਗੇ ਫਸਾਦ ਵੀ ਇੱਥੇ ਹੈ, ਧਰਮਾਂ ਦੇ ਨਾਮ ਤੇ ਲੜਾਈ ਝਗੜੇ ਵੀ ਹੈ, ਧਰਮਾਂ ਦੇ ਨਾਮ ਤੇ ਖੂਨ ਖਰਾਬੇ ਵੀ ਹੈ। ਫਿਰ ਅਸੀਂ ਧਰਮੀ ਕਿਵੇਂ ਬਣੇ? ਇਸ ਦਾ ਕਾਰਨ ਇਹ ਹੈ ਕਿ ਧਰਮ ਦੇ ਨਾਮ ਨੂੰ ਪਕੜਿਆ ਲੇਕਿਨ ਧਰਮ ਨੂੰ ਨਹੀਂ ਪਕੜਿਆ। ਕੱਲ ਵੀ ਰਾਤ ਦੇ ਆਪਾਂ ਇਸੇ ਸ਼ਬਦ ਦੀ ਵਿਚਾਰ ਕਰ ਰਹੇ ਸੀ ਵੀ ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ, ਜਿਹੜੇ ਚਾਰ ਪਦਾਰਥਾਂ ਦੀ ਗੱਲ ਹੈ ਨਾ, ਧਰਮ ਅਰਥ ਕਾਮ ਮੋਕਸ਼, ਬੜੀ ਡੂੰਘੀ ਵਿਚਾਰ ਹੈ। ਧਰਮ ਕੀ ਹੈ? ਉਂਝ ਜੇ ਨਾਮ ਗਿਣੀਏ, ਰਵਿਦਾਸੀਆ ਧਰਮ, ਬਾਲਮੀਕ ਧਰਮ, ਸਿੱਖ ਧਰਮ, ਈਸਾਈ ਧਰਮ, ਹਿੰਦੂ ਧਰਮ, ਇਸਲਾਮ ਧਰਮ, ਜੈਨ ਧਰਮ, ਇਹ ਧਰਮਾਂ ਦੇ ਨਾਮ ਹੈ। ਔਰ ਧਰਮ ਕੀ ਹੈ? ਸਾਡਾ ਸੁਭਾਅ, ਸਾਡਾ ਕਰਤੱਵ, ਚੰਗੀ ਸੋਚ, ਚੰਗੇ ਵਿਚਾਰ, ਇਹਨਾਂ ਨੂੰ ਧਾਰਨ ਕਰਨਾ ਧਰਮ ਹੈ।
ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਧਰਮ ਹੈ। ਚੰਗੇ ਕਰਮ ਕਰੋ, ਸਭਨਾਂ ਦਾ ਭਲਾ ਕਰਨਾ, ਸਭਨਾਂ ਦੀ ਖੈਰ ਮੰਗਣੀ, ਚੰਗਾ ਸੁਭਾਅ, ਇਹ ਧਰਮ ਹੈ। ਕਿਹੜਾ ਧਰਮ ਕਹਿ ਰਿਹਾ ਕਿ ਭਾਈ ਤੁਸੀਂ ਹਥਿਆਰ ਲੈ ਕੇ ਦੂਸਰਿਆਂ ਦੇ ਉੱਪਰ ਜ਼ੁਲਮ ਕਰੋ? ਕਿਹੜਾ ਧਰਮ ਕਹਿ ਰਿਹਾ ਹੈ ਕਿ ਆਪਾਂ ਲੜਾਈ ਝਗੜੇ ਕਰੀਏ, ਦੂਸਰਿਆਂ ਨੂੰ ਨੀਵਾਂ ਦਿਖਾਈਏ, ਅਤਿਆਚਾਰ ਕਰੀਏ? ਲੇਕਿਨ ਇਹ ਸਭ ਕੁਝ ਕਿਉਂ ਹੋ ਰਿਹਾ? ਕਿਉਂਕਿ ਧਰਮ ਦਾ ਨਾਮ ਪਕੜ ਕੇ ਬੈਠ ਕੇ ਧਰਮ ਦਾ ਗਿਆਨ ਨਹੀਂ ਲਿਆ, ਗਿਆਨ ਨਹੀਂ ਲਿਆ। ਡਾਕਟਰ ਦਾ ਪਹਿਰਾਵਾ ਪਹਿਨ ਲਿਆ, ਲੇਕਿਨ ਡਾਕਟਰੀ ਦਾ ਗਿਆਨ ਨਹੀਂ ਹੈ, ਤੇ ਉਹ ਡਾਕਟਰ ਕਿੱਦਾਂ ਦਾ ਹੋਏਗਾ? ਫਿਰ ਆਪਾਂ ਜਾਣਦੇ ਹਾਂ, ਰੱਬ ਬਚਾਵੇ ਐਸੇ ਡਾਕਟਰਾਂ ਕੋਲੋਂ। ਵਕੀਲ ਦਾ ਪਹਿਰਾਵਾ ਪਹਿਨ ਲਿਆ, ਲੇਕਿਨ ਵਕਾਲਤ ਨਹੀਂ ਹੈ। ਸਾਧੂ ਦਾ ਪਹਿਰਾਵਾ ਪਹਿਨ ਲਿਆ, ਲੇਕਿਨ ਸਾਧ ਨਹੀਂ ਹੈ। ਧਰਮ ਦਾ ਪਹਿਰਾਵਾ ਪਹਿਨਿਆ, ਲੇਕਿਨ ਪੱਲੇ ਧਰਮ ਨਹੀਂ ਹੈ, ਤਾਂ ਫਿਰ ਰਿਜ਼ਲਟ ਇਦਾਂ ਦੇ ਆਉਂਦੇ ਹੈ ਜੋ ਅੱਜ ਅਸੀਂ ਦੇਖ ਰਹੇ ਹਾਂ। ਗੁਰ ਕੀ ਮੂਰਤ ਮਨ ਵਿਖੇ ਧਰੋ ਸੋ ਹਰ ਦਮ ਧਿਆਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਮੂਰਤ ਮਨ 'ਚ ਵਸਾ ਕੇ ਹਰ ਵੇਲੇ ਧਿਆਨ ਧਰਦੇ ਰਹੋ। ਜਿਤਨੀ ਦੇਰ ਧਿਆਨ ਗੁਰੂ ਦੇ ਵੱਲ ਲੱਗਿਆ ਹੋਇਆ ਆ, ਕੋਈ ਮਾੜਾ ਕਰਮ ਨਹੀਂ ਹੋਏਗਾ, ਕੋਈ ਗੁਨਾਹ ਨਹੀਂ ਹੋਏਗਾ, ਕੋਈ ਪਾਪ ਨਹੀਂ ਹੋਏਗਾ, ਕਿਉਂਕਿ ਗੁਰੂ ਨੇ ਸਾਨੂੰ ਇਹ ਸਿਖਾਇਆ ਹੀ ਨਹੀਂ। ਗੁਰੂ ਨੇ ਸਾਨੂੰ ਇਹ ਕੰਮ ਸਿਖਾਇਆ ਹੀ ਨਹੀਂ। ਗੁਰੂ ਤਾਂ ਕੀ ਕਹਿ ਰਹੇ ਆ? ਗੁਰੂ ਕਹਿ ਰਹੇ ਆ ਕਿ ਭਾਈ ਸਭਨਾਂ ਨਾਲ ਪ੍ਰੇਮ ਪਾ, ਸਭਨਾਂ ਨਾਲ ਪ੍ਰੇਮ ਕਰ। ਇਹ ਗੁਰੂ ਨੇ ਸਿਖਾਇਆ। ਚਾਹੇ ਮੰਦਰ ਹੈ, ਚਾਹੇ ਮਸਜਿਦ ਹੈ, ਮਹਾਰਾਜ ਜੀ ਕਹਿੰਦੇ ਸਭਨਾਂ ਦਾ ਸਤਿਕਾਰ ਕਰ, ਇਹ ਗੁਰੂ ਨੇ ਸਿਖਾਇਆ। ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਣ। ਨਾਮ ਜਪ, ਇਹ ਤਿੰਨ ਕਰਮ ਜਿਹੜੇ ਮਹਾਰਾਜ ਜੀ ਨੇ ਦੱਸੇ ਆ। ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ। ਅਗਰ ਇਹ ਤਿੰਨ ਕਰਮਾਂ ਦੇ ਵਿੱਚ ਤੂੰ ਪਰਪੱਕਿਆ, ਦੁਆਰੇ ਪਾਵੇ ਮਾਣ, ਗਾਂ ਦਰਗਾਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਮਾਣ ਪਾਏਗਾ। ਇੱਥੇ ਤਾਂ ਮਾਣ ਮਿਲਣਾ ਹੀ ਹੈ, ਗਾਂ ਦਰਗਾਹ ਦੇ ਵਿੱਚ ਵੀ ਮਾਣ ਪਾਏਗਾ। ਨਾਮ ਜਪਣਾ, ਦਾਨ ਕਰਨਾ ਤੇ ਇਸ਼ਨਾਨ ਕਰਨਾ। ਹੁਣ ਹੋ ਸਕਦਾ ਇੱਥੇ ਕਿਸੇ ਦੇ ਮਨ ਵਿੱਚ ਇਹ ਸਵਾਲ ਖੜਾ ਹੋ ਜਾਏ ਕਿ ਇਸ਼ਨਾਨ ਦਾ ਗਾਂ ਦਰਗਾਹ ਦੇ ਨਾਲ ਕੀ ਸੰਬੰਧ ਹੈ? ਜਦ ਕਿ ਵੀ ਮਹਾਰਾਜ ਜੀ ਨੇ ਲਿਖਿਆ, ਸੰਤ ਭਲੇ ਅਨਨਾਤਿਆ ਜੋ ਤਨ ਮਨ ਰਾਖੇ ਚੀਤ। ਇਸ਼ਨਾਨ ਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਆਉਂਦਾ ਆ, ਕਰਨ ਵਾਸਤੇ ਵੀ ਇਸ਼ਨਾਨ ਕਰਨਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਰੋਜ਼ਾਨਾ ਉੱਠ ਕੇ ਇਸ਼ਨਾਨ ਕਰਨਾ, ਇਹ ਸਾਡੇ ਤਨ ਨੂੰ ਰੋਗ ਮੁਕਤ ਕਰਦਾ ਆ। ਹੁਣ ਇਸ਼ਨਾਨ ਹੀ ਨਾ ਸਮਝ ਲੈਣਾ ਵੀ ਅਸੀਂ ਫਲਾਨੀ ਜਗ੍ਹਾ ਤੇ ਇਸ਼ਨਾਨ ਕਰਨ ਚੱਲੇ, ਉੱਥੇ ਇਸ਼ਨਾਨ ਕਰਨ ਚੱਲੇ। ਇਹ ਤੀਰਥਾਂ ਦੇ ਇਸ਼ਨਾਨ ਦੀ ਗੱਲ ਨਹੀਂ। ਇਹ ਰੋਜ਼ਾਨਾ ਜਿਹੜਾ ਇਸ਼ਨਾਨ ਅਸੀਂ ਕਰਨਾ, ਆਪਣੇ ਸਰੀਰ ਨੂੰ ਸਾਫ ਸੁਥਰਾ ਰੱਖਣਾ, ਆਪਣੇ ਸਰੀਰ ਦੀ ਸੁਚਮਤਾ ਨੂੰ ਕਾਇਮ ਰੱਖਣਾ, ਤਾਂ ਕਿ ਤਨ ਰੋਗੀ ਨਾ ਬਣੇ। ਹੁਣ ਰੋਗੀ ਤਨ ਹੋਏਗਾ ਤੇ ਨਾ ਭਾਈ ਕਿਸੇ ਦਾ ਭਲਾ ਕਰ ਪਾਵਾਂਗੇ, ਨਾ ਕਿਸੇ ਦੇ ਕੰਮ ਆ ਪਾਵਾਂਗੇ, ਤੇ ਨਾ ਹੀ ਭਗਤੀ ਕਰ ਪਾਵਾਂਗੇ, ਕਿਉਂਕਿ ਭਗਤੀ ਲਈ ਵੀ ਤਨ ਆਰੋਗੀ ਹੋਣਾ ਜ਼ਰੂਰੀ ਹੈ। ਹੁਣ ਰੋਗੀ ਤਨ ਹੋਵੇ ਤੇ ਬੰਦੇ ਦੀ ਤਨ ਤੋਂ ਹੈਗਾ ਨਿਕਲਦੀ ਰਹਿਣੀ ਹੈ, ਤੇ ਉੱਥੇ ਰੱਬ ਰੱਬ ਭਲਾ ਵਿਚਾਰਾ ਕੀ ਕਰੇਗਾ?
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਹਾਰਾਜ ਜੀ ਕਹਿੰਦੇ ਇਸ਼ਨਾਨ ਕਰ ਤੇ ਆਪਣੇ ਰੱਬ ਨੂੰ, ਆਪਣੇ ਮਾਲਕ ਨੂੰ ਯਾਦ ਕਰ। ਮਨ ਤਨ ਭਏ ਆਰੋਗਾ। ਸਿਮਰਨ ਦੇ ਨਾਲ ਤੇਰਾ ਮਨ ਜਿਹੜਾ ਨਾ ਇਹ ਰੋਗ ਮੁਕਤ ਹੋਏਗਾ, ਤੇ ਇਸ਼ਨਾਨ ਦੇ ਨਾਲ ਤੇਰਾ ਤਨ ਰੋਗ ਮੁਕਤ ਹੋਏਗਾ। ਮੰਤਰ ਜਪ ਗੁਰ ਹਿਰਦੇ ਮੇਂ, ਮਿਲੇ ਸੋ ਨਿਸ਼ਚਲ ਗਿਆਨ। ਭੂਖ ਪਿਆਸ ਨਾ ਉਤਰੇ, ਨਾਮ ਬਿਨਾ ਭਗਵਾਨ। ਜਿਹੜਾ ਗੁਰੂ ਨੇ ਮੰਤਰ ਦਿੱਤਾ ਆ, ਮੰਤਰ ਤੋਂ ਭਾਵ ਹੈ ਜਿਹੜਾ ਸ਼ਬਦ ਸਾਨੂੰ ਮਿਲਿਆ। ਜੋ ਗੁਰੂ ਨੇ ਸ਼ਬਦ ਸਾਨੂੰ ਦਿੱਤਾ ਆ, ਉਹਦਾ ਜਾਪ ਕਰਿਆ ਕਰ, ਜਪਿਆ ਕਰ। ਭਾਵ ਨਾਮ ਜਪਣਾ। ਮਿਲੇ ਸੋ ਨਿਸ਼ਚਲ ਗਿਆਨ, ਕਿਉਂਕਿ ਇੱਕ ਗਿਆਨ ਉਹ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਅਸੀਂ ਕਿਤਾਬਾਂ, ਧਾਰਮਿਕ ਪੁਸਤਕਾਂ ਜਾਂ ਗ੍ਰੰਥਾਂ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ। ਇੱਕ ਗਿਆਨ ਅਨੁਭਵੀ ਗਿਆਨ ਹੈ, ਜਿਹੜਾ ਸਾਡਾ ਆਪਣਾ ਅਨੁਭਵ ਆ, ਅਭਿਆਸੀ ਗਿਆਨ ਹੈ, ਐਕਸਪੀਰੀਅੰਸ ਦੇ ਵਿੱਚ ਮਿਲਦਾ ਆ, ਸਾਡੇ ਕਰਮ ਦੇ ਵਿੱਚੋਂ ਸਾਨੂੰ ਮਿਲਦਾ ਆ। ਇਹ ਜਿਹੜੀ ਨਾਮ ਦੀ ਕਮਾਈ ਕਰਨ ਵਾਲੀ ਗੱਲ ਹੈ ਨਾ, ਹੁਣ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇਹਨਾਂ ਰੂਹਾਨੀ ਮੰਡਲਾਂ ਦੇ ਸਫ਼ਰ ਤੇ ਜਦ ਕੋਈ ਗੁਰਮੁਖ ਪਿਆਰਾ ਨਿਕਲਦਾ ਆ, ਉਹ ਬ੍ਰਹਮ ਗਿਆਨੀ ਬਣ ਜਾਂਦਾ ਆ। ਉਹਨੂੰ ਬ੍ਰਹਮ ਦਾ ਗਿਆਨ ਹੁੰਦਾ, ਔਰ ਬ੍ਰਹਮ ਦੇ ਗਿਆਨ ਤੋਂ ਉੱਪਰ ਹੋਰ ਕੋਈ ਗਿਆਨ ਨਹੀਂ। ਪਾਵਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਫਰਮਾਇਆ ਕਿ ਪ੍ਰਭ ਕੈ ਸਿਮਰਨ ਸਭ ਕੁਛ ਸੂਝੈ। ਕਿ ਮਾਲਕ ਦਾ ਜਿਹੜਾ ਸਿਮਰਨ ਆ, ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਸੋਝੀ ਮਿਲਦੀ ਹੈ। ਭੂਖ ਪਿਆਸ ਨਾ ਉਤਰੇ, ਨਾਮ ਬਿਨਾ ਭਗਵਾਨ। ਪਰਮਾਤਮਾ ਦੇ ਨਾਮ ਦੀ ਕਮਾਈ ਤੋਂ ਬਿਨਾ ਮਾਲਕ ਦੇ ਦਰਸ਼ਨ ਦੀਦਾਰ ਦੀ ਜਿਹੜੀ ਭੁੱਖ ਆ, ਜਿਹੜੀ ਪਿਆਸ ਹੈ, ਇਹ ਖਤਮ ਨਹੀਂ ਕਦੇ ਹੋ ਸਕਦੀ। ਦੇਖੋ, ਹਰ ਇੱਕ ਮੰਜ਼ਿਲ ਦਾ ਆਪਣਾ ਇੱਕ ਮਾਰਗ ਹੈ। ਮਾਰਗ ਤੇ ਚੱਲਾਂਗੇ ਤਾਂ ਮੰਜ਼ਿਲ ਤੇ ਪਹੁੰਚਾਂਗੇ। ਹੁਣ ਮੈਂ ਕਹਾਂ ਮੈਂ ਡਾਕਟਰ ਬਣਨਾ ਚਾਹੁੰਦਾ ਹਾਂ, ਤੇ ਪੜ੍ਹਾਈ ਮੈਂ ਵਕਾਲਤ ਦੀ ਕਰਾਂ, ਤੇ ਕਿਆ ਮੈਂ ਡਾਕਟਰ ਬਣ ਪਾਵਾਂਗਾ? ਹੁਣ ਅਗਰ ਮੈਂ ਕਹਾਂ ਕਿ ਮੈਂ ਵਕੀਲ ਬਣਨਾ ਚਾਹੁੰਦਾ ਹਾਂ, ਤੇ ਪੜ੍ਹਾਈ ਮੈਂ ਇੰਜੀਨੀਅਰਿੰਗ ਦੇ ਵਿੱਚ ਜਾ ਕੇ ਕਰਾਂ, ਤੇ ਕਿਆ ਮੈਂ ਵਕੀਲ ਬਣ ਪਾਵਾਂਗਾ? ਜਿਹੜੀ ਮੇਰੀ ਮੰਜ਼ਿਲ ਹੈ, ਉਹੀ ਮੈਨੂੰ ਰਾਹ ਚੁਣਨਾ ਪਏਗਾ। ਅਗਰ ਅਸੀਂ ਉਸ ਬ੍ਰਹਮ ਦੇ ਦੀਦਾਰ ਕਰਨੇ ਚਾਹੁੰਦੇ ਹਾਂ, ਅਗਰ ਅਸੀਂ ਉਸ ਮਾਲਕ ਤੱਕ ਪਹੁੰਚਣਾ ਚਾਹੁੰਦੇ ਹਾਂ, ਤੇ ਉਹਦੇ ਲਈ ਵੀ ਇੱਕ ਮਾਰਗ ਅਲੱਗ ਹੈ। ਪਰਮਾਰਥ, ਰੱਬ ਦਾ ਮਾਰਗ। ਔਰ ਉਹ ਤੇ ਚੱਲਣ ਲਈ ਸਾਨੂੰ ਨਾਮ ਦੀ ਕਮਾਈ ਕਰਨ ਦੀ ਲੋੜ ਹੈ। ਉਂਝ ਭਾਵੇਂ ਅਸੀਂ ਹਜ਼ਾਰਾਂ ਤਰ੍ਹਾਂ ਦੇ ਧਰਮ ਕਰਮ ਹੁੰਦੇ ਦੇਖਦੇ ਹਾਂ, ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਆਪਾਂ ਵੀ ਕਰਦੇ ਹਾਂ, ਘਰਾਂ ਘਰਾਂ ਵਿੱਚ ਪਤਾ ਵੀ ਸਭ ਕਰਦੇ ਆ। ਬਹੁਤ ਸਾਰੇ ਵਿਚਾਰੇ ਲੋਕ ਐਸੇ ਵੀ ਜਿਹੜੇ ਧਰਮ ਕਰਮ ਤਾਂ ਕਰਦੇ, ਲੇਕਿਨ ਉਹ ਧਰਮਾਂ ਦੇ ਅਰਥਾਂ ਨੂੰ ਜਾਣਦੇ ਨਹੀਂ, ਅਜੇ ਤੱਕ ਨਹੀਂ ਜਾਣ ਪਾਏ ਵੀ ਜਿਹੜਾ ਅਸੀਂ ਆਹ ਧਰਮ ਕਰ ਰਹੇ ਹਾਂ, ਇਹਦਾ ਅਰਥ ਕੀ, ਇਹਦਾ ਭਾਵ ਕੀ ਹੈ, ਇਹ ਅਸੀਂ ਕਿਉਂ ਕਰ ਰਹੇ ਹਾਂ। ਉਹ ਵਿਚਾਰੇ ਕਹਿੰਦੇ ਆ ਵੀ ਸਾਡਾ ਗੁਆਂਢੀ ਕਰਦਾ ਜੀ,
ਪਹਿਲਾਂ ਇੱਕ ਕਰਦਾ ਸੀ, ਦੇਖੋ ਹੁਣ ਸਾਰਾ ਮੁਹੱਲਾ ਕਰਦਾ। ਇੱਥੇ ਸਾਰਾ ਮੁਹੱਲਾ ਕਰਦਾ, ਅਸੀਂ ਵੀ ਕਰ ਲਿਆ, ਇਹ 'ਚ ਕਿਹੜੀ ਗੱਲ ਆ। ਕਰਮ ਔਰ ਕਰਮ ਦੀ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਕੋਈ ਵੀ ਕਰਮ ਹੋਵੇ, ਮੈਂ ਇਕੱਲੇ ਧਾਰਮਿਕ ਕਰਮ ਦੀ ਗੱਲ ਨਹੀਂ ਕਰਦਾ, ਕੋਈ ਵੀ ਕਰਮ ਆ ਉਹਦੀ ਵਿਚਾਰ ਜ਼ਰੂਰ ਕਰੋ ਵੀ ਆਹ ਧਰਮ ਜਿਹੜਾ ਆਹ ਜਿਹੜਾ ਕਰਮ ਆ, ਇਸ ਕਰਮ ਨੂੰ ਅਸੀਂ ਕਿਉਂ ਕਰਨ ਲੱਗੇ ਹਾਂ, ਇਹਦੀ ਸਹੀ ਵਿਧੀ ਕੀ ਹੈ ਔਰ ਇਹਦਾ ਫਾਇਦਾ ਕੀ ਹੈ। ਹੁਣ ਅਗਰ ਸਾਨੂੰ ਕੋਈ ਕਵੇ ਕਿ ਅੱਧੀ ਦਿਹਾੜੀ ਤੁਸੀਂ ਇੱਥੇ ਰੋਜ਼ ਕੰਮ ਕਰਿਆ ਕਰਨਾ, ਅਸੀਂ ਕਹਾਂਗੇ ਠੀਕ ਹੈ ਭਾਈ, ਕੰਮ ਕਰਦਿਆ ਕਰਾਂਗੇ ਆ ਕੇ। ਤਾਂ ਫਿਰ ਸਾਡਾ ਸਵਾਲ ਹੋਏਗਾ, ਅੱਧੀ ਦਿਹਾੜੀ ਅਸੀਂ ਕੰਮ ਤਾਂ ਕਰਾਂਗੇ, ਸਾਨੂੰ ਮਿਲੇਗਾ ਕੀ? ਮਿਲੇਗਾ ਕੀ? ਉਹ ਕਹੇਗਾ ਜੀ ਮਿਲੇਗਾ ਕੁਛ ਨਹੀਂ, ਇਹਦੇ ਵਿੱਚੋਂ ਮਿਲਣਾ ਮੁਲਣਾ ਕੁਛ ਨਹੀਂ ਹੈ। ਤਾਂ ਕਿਆ ਅਸੀਂ ਉਸ ਕਰਮ ਨੂੰ ਕਰਨ ਲਈ ਤੁਰਾਂਗੇ? ਕਿ ਸਾਡਾ ਦਿਮਾਗ ਥੋੜ੍ਹੀ ਖਰਾਬ ਹੈ, ਇਹ ਮਿਲਣਾ ਮੁਲਣਾ ਕੁਛ ਨਹੀਂ, ਐਵੇਂ ਜਾ ਕੇ ਅੱਧੀ ਦਿਹਾੜੀ ਖਰਾਬ ਕਰੀਏ। ਅੱਛਾ, ਦੂਸਰੇ ਪਾਸੇ ਗਏ, ਅਗਲਾ ਕਹਿੰਦਾ 2 ਘੰਟੇ ਇੱਥੇ ਆ ਕੇ ਆਹ ਕੰਮ ਕਰਦਿਆ ਕਰੋ, ਤੁਹਾਨੂੰ ਆਹ ਮਿਲ ਜਾਏਗਾ, ਤੁਹਾਨੂੰ 100 ਰੁਪਏ ਮਿਲੇਗਾ ਜਾਂ 200 ਮਿਲੇਗਾ ਜਾਂ 400, ਜੋ ਵੀ ਹੈ। ਅਸੀਂ ਕਿਹਾ ਬਹੁਤ ਵਧੀਆ ਗੱਲ ਹੈ ਭਾਈ, ਇੱਥੇ 2 ਘੰਟੇ ਕੰਮ ਕਰਨ ਦਾ 100 200 200 400 ਮਿਲਦਾ ਆ, ਇਹ ਤਾਂ ਕੰਮ ਅਸੀਂ ਜ਼ਰੂਰ ਕਰਾਂਗੇ। ਅੱਛਾ, ਅਸੀਂ ਕਰਦੇ ਗਏ, ਹਫਤਾ ਕੰਮ ਕੀਤਾ, ਨਹੀਂ ਕੁਛ ਮਿਲਿਆ, ਹਫਤਾ ਹੋਰ ਲਾ ਲਿਆ, ਚੱਲ ਅੱਜ ਮਿਲ ਜਾਏਗਾ, ਨਹੀਂ ਕੁਝ ਮਿਲਿਆ। ਅਗਰ ਸਾਨੂੰ ਹਫਤਾ 2 ਹਫਤੇ ਵੱਧ ਤੋਂ ਵੱਧ ਅਸੀਂ ਮਹੀਨਾ ਲਗਾਇਆ, ਸਾਨੂੰ ਕੁਝ ਨਹੀਂ ਮਿਲਿਆ, ਤੇ ਅਗਲੇ ਮਹੀਨੇ ਅਸੀਂ ਸੋਚਦੇ ਵੀ ਹੁਣ ਉੱਥੇ ਜਾਈਏ ਕਿ ਨਾ ਜਾਈਏ, ਜਾਈਏ ਜਾਂ ਨਾ ਜਾਈਏ, ਮਿਲਿਆ ਤਾਂ ਕੁਛ ਨਹੀਂ ਹੈ। ਹੁਣ ਐਸਾ ਅਸੀਂ ਕਿਉਂ ਸੋਚਿਆ? ਕਿਉਂਕਿ ਅਸੀਂ ਵਿਚਾਰ ਕੀਤੀ ਇਸ ਗੱਲ ਦੀ ਵੀ ਕਰਮ ਤਾਂ ਕਰੀ ਜਾ ਰਹੇ ਹਾਂ, ਕਰੀ ਜਾ ਰਹੇ ਹਾਂ, ਕਰੀ ਜਾ ਰਹੇ ਹਾਂ। ਅਗਲਾ ਕਹਿ ਰਿਹਾ ਦੇ ਦੇਵਾਂਗੇ, ਦਿੰਦਾ ਹੈ ਨਹੀਂ। ਹੁਣ ਹਫਤੇ ਦਾ ਵਾਅਦਾ ਸੀ, 2 ਬੀਤ ਗਏ, 3 ਬੀਤ ਗਏ, 4 ਬੀਤ ਗਏ, ਮਹੀਨਾ ਬੀਤ ਗਿਆ ਆ। ਸਾਡੀ ਮਿਹਨਤ, ਸਾਡਾ ਕਰਮ ਦਾ ਫਲ ਤਾਂ ਸਾਨੂੰ ਮਿਲਿਆ ਹੀ ਨਹੀਂ। ਅਗਰ ਨਹੀਂ ਮਿਲਿਆ, ਅਸੀਂ ਕਹਾਂਗੇ ਨਹੀਂ ਜਾਣਾ, ਨਹੀਂ ਜਾਣਾ। ਤੇ ਸਦੀਆਂ ਬੀਤ ਗਈਆਂ। ਮੈਂ ਕਈ ਪਰਿਵਾਰ ਐਸੇ ਦੇਖੇ ਆ, ਉਹ ਧਰਮ ਕਰਮਾਂ ਦੀ ਦੌੜ ਦੇ ਵਿੱਚ ਅਜੇ ਵੀ ਪਿੱਛੇ ਨਹੀਂ ਹਟੇ, ਲੇਕਿਨ ਵਿਚਾਰਿਆਂ ਨੂੰ ਮਿਲਿਆ ਵੀ ਕੁਛ ਨਹੀਂ। ਅਸੀਂ ਕਦੇ ਇਹਨਾਂ ਗੱਲਾਂ ਦੀ ਵਿਚਾਰ ਨਹੀਂ ਕੀਤੀ। ਔਰ ਜਦੋਂ ਵਿਚਾਰ ਕਰਾਂਗੇ, ਅੱਛਾ ਵਿਚਾਰ ਕਿੱਥੋਂ ਲੈਣੀ? ਗੁਰੂ ਦੀ ਬਾਣੀ ਚੋਂ ਵਿਚਾਰ ਮਿਲਣੀ ਆ। ਹੁਣ ਗੁਰੂ ਦੀ ਬਾਣੀ ਨਾਲ ਕਦੇ ਜੁੜਾਂਗੇ ਤੇ ਵਿਚਾਰ ਆਏਗੀ ਨਾ। ਆਰਤੀ ਸਾਨੂੰ ਰੋਜ਼ ਘਰ ਆਪਣੇ ਕਰਨੀ ਚਾਹੀਦੀ ਹੈ, ਲੇਕਿਨ ਆਰਤੀ ਲਈ ਦੀਵੇ ਬੱਤੀਆਂ ਜਲਾਉਣ ਦੀ ਲੋੜ ਨਹੀਂ। ਮਹਾਰਾਜ ਜੀ ਕਹਿੰਦੇ ਇੱਕ ਸ਼ਬਦ ਨਾਲ ਜੁੜ ਕੇ ਆਰਤੀ ਕਰੋ। ਆਰਤੀ ਦਾ ਜਿਹੜਾ ਸ਼ਬਦ ਹੈ ਉਹ ਰੋਜ਼ਾਨਾ ਆਪਣੇ ਘਰ ਦੇ ਵਿੱਚ ਕਰੋ, ਸਵੇਰੇ ਸ਼ਾਮ ਕਰੋ, ਔਰ ਆਰਤੀ ਦੇ ਵਿੱਚ ਸਾਨੂੰ ਸਾਡੇ ਹਰ ਇੱਕ ਸਵਾਲ ਦਾ ਜਵਾਬ ਮਿਲੇਗਾ। ਔਰ ਮਹਾਰਾਜ ਜੀ ਨੇ ਫਰਮਾਇਆ ਵੀ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਕਿ ਰੱਬ ਦਾ ਨਾਮ ਜਪੋ। ਇਹ ਜਿਹੜੇ 15 15 20 20 50 50 ਤਰ੍ਹਾਂ ਦੇ ਕਰਮਾਂ ਦੀ ਲੜੀ ਅਸੀਂ ਫੜੀ ਹੋਈ ਹੈ, ਕੁਛ ਵੀ ਕਰਨ ਦੀ ਲੋੜ ਨਹੀਂ, ਤੁਸੀਂ ਰੱਬ ਦਾ ਨਾਮ ਜਪੋ। ਇਹ ਗੁਰੂ ਸਮਝਾ ਰਹੇ ਆ, ਲੇਕਿਨ ਗੁਰੂ ਨੂੰ ਤਾਂ ਅਸੀਂ ਸਿਰ ਮੱਥਾ ਟੇਕਣ ਲਈ ਰੱਖ ਲਿਆ ਵਾ। ਮੱਥਾ ਟੇਕ ਦਿੱਤਾ, ਗੱਲ ਖਤਮ ਹੈ, ਗੱਲ ਥੋੜ੍ਹੀ ਮੰਨਣੀ ਹੈ ਅਸੀਂ। ਔਰ ਇਸੇ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਸਦੀਆਂ ਬੀਤ ਗਈਆਂ, ਸਦੀਆਂ ਬੀਤ ਗਈਆਂ, ਤੇ ਜਿੰਨਾ ਸਾਨੂੰ ਉੱਪਰ ਉੱਠਣਾ ਚਾਹੀਦਾ ਸੀ, ਜਿੰਨਾ ਅੱਗੇ ਵਧਣਾ ਚਾਹੀਦਾ ਸੀ, ਅਸੀਂ ਕੁਛ ਨਹੀਂ ਕਰ ਪਾਏ। ਉਹਦਾ ਕਾਰਨ ਇਹ ਹੈ ਵੀ ਅਸੀਂ ਗੱਲ ਨਹੀਂ ਮੰਨੀ। ਨਾ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬਚਨ ਮੰਨੇ। ਠੀਕ ਹੈ, ਉਹਨਾਂ ਦਾ ਨਾਮ ਜ਼ਰੂਰ ਲੈ ਲੈਂਦੇ ਆ ਦਿਨ ਤਿਉਹਾਰ ਤੇ, ਲੇਕਿਨ ਕਰਦੇ ਅੱਜ ਵੀ ਅਸੀਂ ਉਹੀ ਹਾਂ ਜਿਨ੍ਹਾਂ ਚੀਜ਼ਾਂ ਨੇ ਸਾਨੂੰ ਗੁਲਾਮ ਬਣਾਇਆ ਹੈ। ਸਤਿਗੁਰ ਸੋ ਨਹੀਂ ਪਾਵਈ, ਜੋ ਦਿਲ ਮਾਹੇ ਸੁਆਨ, ਮਨ ਸੱਚਾ ਕਿਤ ਬਿਦ ਭਇਓ, ਕਰ ਹੈ ਕਿਆ ਬਿਆਨ। ਸਤਿਗੁਰ ਸੋ ਨਹੀਂ ਪਾਵੇ, ਜੋ ਦਿਲ ਮਾਹੇ ਸੁਆਨ। ਸਤਿਗੁਰ ਦਾ ਲਾਹਾ ਉਹ ਲੋਕ ਕਦੇ ਨਹੀਂ ਲੈ ਪੈਂਦੇ ਜਿਹੜੇ ਲੋਭ ਲਾਲਚ ਦੇ ਨਾਲ ਭਰੇ ਹੋਏ ਆ।
ਇੱਥੇ ਜੋ ਦਿਲ ਮਾਹੇ ਸਵਾਨ, ਸਵਾਨ ਕੁੱਕਰ ਨੂੰ ਕਿਹਾ ਜਾਂਦਾ ਹੈ। ਕੁੱਕਰ ਦਾ ਅਰਥ ਹੈ ਕੁੱਤਾ। ਅੱਛਾ, ਇੱਥੇ ਸਵਾਨ ਦਾ ਭਾਵ ਕੀ ਹੈ? ਬਹੁਤ ਸਾਰੇ ਸ਼ਬਦਾਂ ਦੇ ਵਿੱਚ ਸਵਾਨ ਸ਼ਬਦ ਵਰਤਿਆ ਜਾਂਦਾ ਆ ਜਾਂ ਕੁੱਕਰ ਸ਼ਬਦ ਵਰਤਿਆ ਜਾਂਦਾ, ਕੁੱਤੇ ਦਾ ਜ਼ਿਕਰ ਆਉਂਦਾ ਆ, ਤੇ ਕੁੱਤੇ ਦਾ ਭਾਵ ਲਾਲਚ ਵੀ ਹੈ, ਲੋਭ ਵੀ ਹੈ। ਹੁਣ ਇਸ ਤੋਂ ਭਾਵ ਲਾਲਚ ਔਰ ਲੋਭ ਕੀ ਹੈ? ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਇਹਦੇ ਅਰਥ ਲਾਲਚ ਔਰ ਲੋਭ ਵੀ ਕੱਢੇ ਜਾਂਦੇ ਆ? ਕਿਉਂਕਿ ਜਿਹੜਾ ਕੁੱਕਰ ਆ ਉਹਦੀ ਇੱਕ ਆਦਤ ਹੈ, ਅਗਰ ਅਸੀਂ ਉਹਨੂੰ ਇੱਕ ਰੋਟੀ ਦਾ ਟੁਕੜਾ ਪਾਇਆ ਤਾਂ ਉਹਨੂੰ ਖਾਏਗਾ, ਉਹਦਾ ਧਿਆਨ ਫਿਰ ਸਾਡੀ ਰੋਟੀ ਵੱਲ ਹੋਏਗਾ। ਅਸੀਂ ਉਹਨੂੰ ਦੂਸਰਾ ਫਿਰ ਪਾਇਆ, ਅੱਛਾ ਉਹ ਵੀ ਉਹਨੇ ਖਾ ਲਿਆ, ਚਲੋ ਅਸੀਂ ਵੀ ਸੋਚਦੇ ਵੀ ਯਾਰ ਉਹ ਵੀ ਭੁੱਖਾ ਹੀ ਹੈ, ਉਹ ਵੀ ਭੁੱਖਾ ਆ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਉਹ ਵੀ ਉਹਨੂੰ ਪਾ ਦਿੱਤਾ। ਹੁਣ ਉਹ ਰੱਜ ਚੁੱਕਿਆ ਆ, ਉਹਦੀ ਭੁੱਖ ਖਤਮ ਹੋ ਚੁੱਕੀ ਹੈ। ਅੱਛਾ, ਫਿਰ ਉਹਦਾ ਧਿਆਨ ਸਾਡੀ ਰੋਟੀ ਵੱਲ ਹੈ, ਕਦੇ ਜਮਾ ਕੇ ਦੇਖਿਓ। ਅੱਛਾ, ਫਿਰ ਅਸੀਂ ਉਹਨੂੰ ਅੱਧੀ ਪਾ ਦਿੱਤੀ। ਹੁਣ ਭੁੱਖ ਉਹਦੀ ਮਿਟ ਚੱਕੀ ਹੈ, ਉਹਨੂੰ ਖਾਧਾ ਨਹੀਂ, ਕਿਉਂਕਿ ਹੁਣ ਉਹਨੂੰ ਭੁੱਖ ਨਹੀਂ ਹੈ। ਤੇ ਅਸੀਂ ਸੋਚਾਂਗੇ ਉਹਦੀ ਭੁੱਖ ਹੁਣ ਖਤਮ ਹੋ ਗਈ ਤਾਂ ਹੀ ਨਹੀਂ ਖਾਧਾ, ਲੇਕਿਨ ਉਹਦਾ ਧਿਆਨ ਫਿਰ ਵੀ ਸਾਡੀ ਰੋਟੀ ਵੱਲ ਹੋਏਗਾ, ਉਹਦਾ ਧਿਆਨ ਹਮੇਸ਼ਾ ਉੱਧਰ ਰਹੇਗਾ। ਇਹਨੂੰ ਲੋਭ ਵੀ ਕਿਹਾ ਜਾਂਦਾ ਆ। ਸੰਤੁਸ਼ਟੀ ਹੈ, ਸੰਪੂਰਨਤਾ ਹੈ, ਲੇਕਿਨ ਫਿਰ ਵੀ ਜਿਹੜਾ ਧਿਆਨ ਹੈ ਉਹ ਕਿਤੇ ਨਾ ਕਿਤੇ ਦੂਸਰੇ ਵੱਲ ਟਿਕਿਆ ਹੋਇਆ ਹੈ। ਉਹ ਲੋਕ ਕਦੇ ਗੁਰੂ ਦੇ ਚਰਨਾਂ ਦਾ ਲਾਹਾ ਨਹੀਂ ਲੈ ਪਾਉਂਦੇ ਜਿਹੜੇ ਲੋਭ ਲਾਲਚ ਦੇ ਨਾਲ ਭਰੇ ਹੋਏ ਆ। ਤੇ ਮਹਾਰਾਜ ਜੀ ਕਹਿੰਦੇ, ਮਨ ਸੱਚਾ ਕਿਤ ਬਿਧ ਭਇਓ ਕਰ ਹੈ ਕਿਆ ਬਿਆਨ। ਇੱਕ ਸਵਾਲ ਇੱਥੇ ਮਹਾਰਾਜ ਜੀ ਨੇ ਕੀਤਾ ਵੀ ਜਿਹੜਾ ਸਾਡਾ ਮਨ ਆ ਇਹ ਸੱਚਾ ਸੁੱਚਾ ਕਿਵੇਂ ਬਣੇਗਾ? ਕਿਤ ਬਿਧ ਭਇਓ, ਕਿਹੜੀ ਵਿਧੀ, ਕਿਹੜਾ ਤਰੀਕਾ ਆ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਸੁੱਚਾ ਬਣਾਈਏ, ਇਹਦੇ ਵਿੱਚੋਂ ਲੋਭ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਖਤਮ ਕਰੀਏ। ਕਰ ਹੈ ਕਿਆ ਬਿਆਨ। ਤੇ ਮਹਾਰਾਜ ਜੀ ਕਹਿੰਦੇ ਇਸ ਦਾ ਕੀ ਬਿਆਨ ਹੈ? ਝੂਠਾ ਪਾਲਣ ਪਾਲਤੇ ਕਹੋ ਕੈਸੇ ਕਲਿਆਣ। ਇਹ ਸਰੀਰ ਨੂੰ ਪਾਲਣਾ, ਇਹ ਝੂਠਾ ਪਾਲਣਾ ਹੈ। ਝੂਠੇ ਦਾ ਭਾਵ ਹੈ ਵੀ ਇੱਕ ਦਿਨ ਇਹ ਸਰੀਰ ਨਾਸ਼ਵਾਨ ਹੋਣਾ ਆ, ਇਹ ਨਾਸ਼ਵਾਨ ਹੈ, ਇਹ ਨਾਸ਼ ਹੋਣਾ ਆ, ਖਤਮ ਹੋਣਾ ਆ। ਆਗਿਆ ਗੁਰ ਕੀ ਚਿਤ ਧਰ ਕਹਿ ਰਵਿਦਾਸ ਬਖਾਨੇ। ਜਿਹੜੀਆਂ ਸਾਡੀਆਂ ਦੋ ਪੰਕਤੀਆਂ ਹੋਣੀਆਂ ਆਪਾਂ ਸਾਂਝੀਆਂ ਕਰਕੇ ਹਟੇ ਨਾ, ਇਹਦਾ ਜਵਾਬ ਮਹਾਰਾਜ ਜੀ ਨੇ ਕੀ ਦਿੱਤਾ ਵੀ ਆਗਿਆ ਗੁਰ ਕੀ ਚਿਤ ਧਰ। ਮਨ ਸੱਚਾ ਕਿਤ ਬਿਧ ਭਇਓ। ਇਹ ਜਿਹੜਾ ਮਨ ਹੈ ਸੱਚਾ ਕਿਵੇਂ ਹੋਏਗਾ, ਸੁੱਚਾ ਕਿਵੇਂ ਹੋਏਗਾ? ਤੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਜਿਹੜੀ ਆਗਿਆ ਆ ਉਹਨੂੰ ਆਪਣੇ ਚਿੱਤ ਵਿੱਚ ਧਾਰਨ ਕਰ, ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਮੰਨ। ਔਰ ਜਿਸ ਦਿਨ ਗੁਰੂ ਦਾ ਹੁਕਮ ਮੰਨਾਂਗੇ, ਇਹ ਮਨ ਵੀ ਸੱਚਾ ਹੋਏਗਾ, ਇਹ ਤਨ ਵੀ ਸੱਚਾ ਹੋ ਜਾਏਗਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਪੂਰਨ ਤੌਰ ਤੇ ਸੁੱਚੇ ਸੱਚੇ ਬਣ ਜਾਵਾਂਗੇ ਜਿਸ ਦਿਨ ਗੁਰੂ ਦੀ ਆਗਿਆ ਨੂੰ ਮੰਨਾਂਗੇ। ਜਿਸ ਦਿਨ ਗੁਰ ਕੀ ਮੂਰਤ ਮਨ ਵਿਖੇ ਧਰੋ ਸੋ ਹਰਦਮ ਧਿਆਨ ਦੇ ਮਹਾਵਾਕਾਂ ਨੂੰ ਮੰਨਾਂਗੇ। ਜੇ ਨਹੀਂ ਮੰਨਾਂਗੇ ਇੱਥੇ ਠੀਕ ਹੈ, ਜਿੱਦਾਂ ਗੱਡੀ ਚੱਲਦੀ ਆਈ ਹੈ ਇੱਦਾਂ ਚੱਲਦੀ ਰਹਿਣੀ ਹੈ, ਔਰ ਇੱਕ ਦਿਨ ਦੁਨੀਆ ਤੋਂ ਤੁਰ ਪਵਾਂਗੇ। ਸਮਾਂ ਆਏਗਾ ਫਿਰ ਗਾਂ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਜਿਹੜੇ ਜਿਹੜੇ ਕਰਮ ਕਰਕੇ ਜਾ ਗਏ ਆ ਉਹ ਸਭ ਨਜ਼ਰ ਆਉਣਗੇ, ਸਭ ਦਿਖਾਏ ਜਾਣਗੇ। ਤਾਂ ਫਿਰ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਏਗਾ। ਤੇ ਮਹਾਰਾਜ ਜੀ ਕਹਿੰਦੇ ਫਿਰ ਗਾਂ ਮੁਖ ਤੇ ਮਾਰ ਪੈਂਦੀ ਹੈ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਧੰਨ ਗੁਰੂ ਕਬੀਰ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਸ ਵੇਲੇ ਤੇਰੇ ਕੋਲ ਤੇਰੇ ਕਰਮਾਂ ਦਾ ਹਿਸਾਬ ਪੁੱਛਿਆ ਜਾਏਗਾ ਤਾਂ ਭਾਈ ਫਿਰ ਕਿਆ ਮੁਖ ਲੈ ਕੇ ਜਾਏਗਾ।
ਕਿਹੜਾ ਮੁਖ ਲੈ ਕੇ ਜਾਏਗਾ। ਆਓ ਇਸ ਪੰਕਤੀ ਨੂੰ ਸਾਂਝ ਪਾਈਏ। ਧਰਮ ਰਾਏ ਜਬ ਲੇਖਾ ਮਾਂਗੇ, ਕਿਆ ਮੁਖ ਲੈ ਕੇ ਜਾਏਗਾ। ਧਰਮ ਰਾਏ जब लेखा मांगे, क्या मुख लेके जाएगा। धर्म राय जब लेखा मांगे, क्या मुख लेके जाएगा। हुण बचना किवें आ। चलो ਜਿਹੜੇ ਗੁਨਾਹ ਕਰ ਆਏ ਆ, ਜਿਹੜੇ ਪਾਪ ਕਰ ਆਏ ਆ, ਅੱਜ ਸਾਨੂੰ ਕਰਮਾਂ ਦਾ ਪਹਿਚਾਨ ਹੋਈ ਹੈ, ਕਰਮਾਂ ਦਾ ਪਛਤਾਵਾ ਹੋਇਆ। ਮਹਾਰਾਜ ਜੀ ਹੁਣ ਕਰੀਏ ਕੀ, ਕਿੱਥੇ ਜਾਈਏ ਵੀ ਇਹ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਈਏ। ਤੇ ਧੰਨ ਗੁਰੂ ਕਬੀਰ ਪਾਤਸ਼ਾਹ ਜੀ ਫਰਮਾਉਣ ਲੱਗੇ, ਕਹਿਤ ਕਬੀਰ ਸੁਨੋ ਭਾਈ ਸਾਧੋ, ਸਾਧ ਸੰਗਤ तर जाएगा। कहत कबीर सुनो भाई संतो, साध संगत तर जाएगा। धर्म राय जब लेखा मांगे, क्या मुख लेके जाएगा। तू क्या मुख लेके जाएगा, क्या मुख लेके जाएगा। आज्ञा गुर की चित तर, कहे रविदास बखान। ਆਪਣੇ ਗੁਰੂ ਦੀ ਆਗਿਆ ਨੂੰ ਆਪਣੇ ਚਿੱਤ ਵਿੱਚ ਧਾਰਨ ਕਰੀਏ। ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਗੁਰੂ ਪਿਆਰੀ ਸਾਧ ਸੰਗਤ ਜੀ, ਤਿਨਾਂ ਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਬੋਲ ਗੁਰੂ ਮਹਾਰਾਜ ਕੀ ਜੈ। ਸ੍ਰੀ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ। ਅੱਜ ਦਾ ਸਤਸੰਗ तो गुरु प्यारी साध संगत जी बहुत बहुत धन्यवाद है रविदासिया टीवी चैनल की समुची टीम का, जो गुरु महाराज जी की पावन बाणी कीर्तन दे राही और ये शब्द विचार सत्संग दे राही अपने मीडिया चैनल माध्यम दे राही रविदासिया टीवी दे राही आप सब संगतां तक पहुँचा रहे ने। सो गुरु महाराज कृपा करन, इस टीम नूं ਵੱਧ ਤੋਂ ਵੱਧ ਤਰੱਕੀਆਂ ਬਖਸ਼ਣ, ਬਲ ਬਖਸ਼ਿਸ਼ ਕਰਨ, ਤਾਂ ਕਿ ਇਸੇ ਤਰ੍ਹਾਂ ਇਹ ਸਮਾਜ ਦੀ, ਦੇਸ਼ ਦੀ, ਕੌਮ ਦੀ ਸੇਵਾ ਕਰਦੇ ਰਹਿਣ। ਔਰ ਜ਼ਰੂਰ ਇਹ ਜਿਹੜੀ ਸੇਵਾ ਚੈਨਲਾਂ ਵੱਲੋਂ ਨਿਭਾਈ ਜਾਂਦੀ ਹੈ, ਇਹਨੂੰ ਦੇਖਿਆ ਕਰੋ ਅਤੇ ਵੱਧ ਤੋਂ ਵੱਧ ਅਗਾਂਹ ਇਹਨੂੰ ਸਾਂਝ ਵੀ ਪਾਇਆ ਕਰੋ, ਸ਼ੇਅਰ ਵੀ ਕਰਿਆ ਕਰੋ, ਤਾਂ ਕਿ ਇਹ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਹੋਰ ਜ਼ਿਆਦਾ ਵੱਧ ਸਕੇ। ਬਹੁਤ ਬਹੁਤ ਧੰਨਵਾਦ। ਜੈ ਗੁਰੂਦੇਵ, ਧੰਨ ਗੁਰੂਦੇਵ।